ਅੱਜ ਆਪਾਂ ਵਿਚਾਰ ਕਰ ਰਹੇ ਹਾਂ ਸ਼ਲੋਕ ਮਹਿਲਾ 9ਵਾਂ ਦੇ ਸ਼ਲੋਕਾਂ ਦੀ। ਐਂਡ ਈਚ ਐਂਡ ਐਵਰੀ ਸ਼ਲੋਕ ਹੈਜ਼ ਇਟਸ ਓਨ ਸਬਜੈਕਟ ਬਟ ਇਟ ਮੇ ਡਿਫਰੈਂਟ ਫਰਮ ਅਨਦਰ ਸ਼ਲੋਕ। ਹਰ ਸ਼ਲੋਕ ਆਪਣੀ ਥਾਂ ਤੇ ਇੱਕ ਵੱਖਰਾ ਸ਼ਲੋਕ ਹੁੰਦਾ ਹੈ। ਐਂਡ ਥੀਸ ਸ਼ਲੋਕਸ ਆਰ ਦ ਸਮਰੀ ਆਫ ਹੋਲ ਗੁਰੂ ਗ੍ਰੰਥ ਸਾਹਿਬ। ਇਹਨਾਂ ਸ਼ਲੋਕਾਂ ਦੇ ਵਿੱਚ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਰਾਂਸ਼ ਹੈ। ਹਰ ਸਬਜੈਕਟ ਨੂੰ ਬੜੀ ਸਰਲਤਾ ਅਤੇ ਸੰਖੇਪ ਤਰੀਕੇ ਦੇ ਨਾਲ ਨਿਭਾਇਆ ਗਿਆ ਹੈ। ਪਰ ਇੱਕ ਚੀਜ਼ ਹੋਰ ਹੈਰਾਨ ਕਰਨ ਵਾਲੀ ਹੈ ਇਹਨਾਂ ਸ਼ਲੋਕਾਂ ਵਿੱਚ ਕਿ ਜਦੋਂ ਸਬਜੈਕਟ ਬਦਲਦਾ ਹੈ, ਲੜੀ ਨਹੀਂ ਟੁੱਟਦੀ। ਇੱਕ ਖਿਆਲ ਵਿੱਚੋਂ ਦੂਜਾ ਖਿਆਲ ਜਨਮ ਲੈ ਰਿਹਾ ਹੈ, ਇੱਕ ਸਬਜੈਕਟ ਵਿੱਚੋਂ ਦੂਜਾ ਸਬਜੈਕਟ ਬਣ ਰਿਹਾ ਹੈ, ਪਰ ਬਦਲਣ ਲੱਗਿਆਂ ਜੋ ਗੱਲ ਪਿਛਲੇ ਸ਼ਲੋਕ ਵਿੱਚ ਕਹੀ ਗਈ ਹੈ ਉਹਦੇ ਨਾਲ ਅਗਲੀ ਗੱਲ ਦੀ ਜਾਂ ਅਗਲੇ ਸਬਜੈਕਟ ਦੀ ਲੜੀ ਟੁੱਟਣ ਨਹੀਂ ਦਿੱਤੀ। ਸਤਿਗੁਰੂ ਜੀ ਨੇ ਕਹਿ ਦਿੱਤਾ ਨਾ, ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ। ਦੁਨੀਆ ਦੇ ਪਦਾਰਥਾਂ ਨੂੰ, ਧਨ ਦੌਲਤ ਨੂੰ ਤੂੰ ਆਪਣਾ ਸਮਝ ਬੈਠਾ ਹੈ ਤੇ ਤੂੰ ਇੰਨਾ ਆਪਣਾ ਸਮਝ ਬੈਠਾ ਹੈ ਕਿ ਇਹਨਾਂ ਪਦਾਰਥਾਂ ਵਿੱਚ ਹੀ ਆਪਣਾ ਜੀਵਨ ਨਿਸ਼ਫਲ ਕਰੀ ਜਾਂਦਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸੈਡ, ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ, ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। Your wealth, spouse, and all the possessions which you claim as your own, none of these shall go along with you in the end। ਕਿਉਂਕਿ ਇੱਥੇ ਤਾਂ ਜਿਉਂਦਿਆਂ ਦੇ ਮੇਲੇ ਨੇ। ਸਭ ਕਿਛ ਜੀਵਤ ਕੋ ਬਿਵਹਾਰ, ਮਾਤ ਪਿਤਾ ਭਾਈ ਸੁਤ ਬੰਦਪ, ਅਰਫਨ ਗ੍ਰਹਿ ਕੀ ਨਾਰ, ਤਨ ਤੇ ਪ੍ਰਾਨ ਹੋਤ ਜਬ ਨਿਆਰੇ, ਤੇਰਤ ਪ੍ਰੇਤ ਪੁਕਾਰ, ਆਦ ਘਰੀ ਕੋਊ ਨਹਿ ਰਾਖੈ, ਘਰ ਤੇ ਦੇਤ ਨਿਕਾਰ। ਘਰੀ ਪਲ ਕੋਈ ਘਰ ਵਿੱਚ ਰੱਖਣ ਨੂੰ ਤਿਆਰ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਉਹ ਸਾਰੀਆਂ ਚੀਜ਼ਾਂ ਤੇਰੀਆਂ ਆਪਣੀਆਂ ਨਹੀਂ। ਜਿਨ੍ਹਾਂ ਨੇ ਤੇਰਾ ਸਾਥ ਨਹੀਂ ਦਿੱਤਾ ਤੇ ਤੂੰ ਉਹਨਾਂ ਦੇ ਦੁਆਲੇ ਆਪਣਾ ਜੀਵਨ ਪਿਆ ਗੁਜ਼ਾਰਨਾ ਹੈ। ਪਿਛਲੇ ਸ਼ਲੋਕ ਜਿੱਥੇ ਤੱਕ ਆਪਾਂ ਨੇ ਵਿਚਾਰ ਕੀਤੀ ਸੀ ਉਹਦੇ ਵਿੱਚ ਇੱਕ ਸਵਾਲ ਖੜਾ ਹੋਇਆ ਸੀ ਕਿ ਦੁਨੀਆ ਦੇ ਵਿੱਚ ਕੋਈ ਚੀਜ਼ ਨਾਲ ਨਿਭਣ ਵਾਲੀ ਨਹੀਂ ਹੈ। ਸਤਿਗੁਰੂ ਜੀ ਆਲਸੋ ਸੈਡ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਪੇਖਾਰੀ ਜੀਓ, ਮੈਂ ਕਿਆ ਮੰਗਾਂ ਕਿਛ ਤਿਰ ਨਾ ਰਹਾਈ। God, you are the giver of gifts, the Lord of perfect understanding, and I am a beggar at your door. What should I beg for? Because nothing remains permanent, and this is how my life is going in vain. Tarna po ion hi gayo, liyo jara tan jeet. The slok where we left last time. So this is how if my life is going in vain. Bird payo sujhe nahi, kaal pahunchyo aan. And this is how I become old, and I don't understand that is overtaking me. So Satguru, you tell me, what is the thing that accompanies? Satguru, ਜੋ ਸਾਥ ਨਿਭਾਉਣ ਵਾਲੇ ਸੰਗੀ ਸਾਥੀ ਨੇ ਉਹਨਾਂ ਦਾ ਨਾਮ ਦੱਸ ਦਿਓ। ਤੇ ਸਤਿਗੁਰੂ ਜੀ ਨੇ ਅਗਲੇ ਸ਼ਲੋਕ ਦੇ ਵਿੱਚ ਉਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਹੈ। ਪਤਿਤ ਉਦਾਹਰਨ ਭੈ ਹਰਨ, ਹਰ ਅਨਾਥ ਕੇ ਨਾਥ। God is the savior of sinners, the destroyers of fear, and the master of the masterless। ਅਨਾਥ ਕੋ ਨਾਥ ਸਰਬ ਪ੍ਰਤਪਾਲਕ, ਭਗਤ ਵਛਲ ਹਰ ਨਾਉ, ਜਾਕੋ ਕੋਇ ਨਾ ਰਾਖਿਆ ਪ੍ਰਾਣੀ, ਤਿਸ ਤੂੰ ਦੇ ਅਸਰਾਓ। ਨਿਤਰਿਆਂ ਧਰ, ਨਿਗਤਿਆਂ ਗਤ, ਨਿਥਾਵਿਆਂ ਤੂੰ ਥਾਉ। He is the patron of the patronless and cherisher of all. He is the lover of the devotees of his name, that mortal whom no one can protect. O Lord, you bless him with your support. You support of the supportless, saving grace of the unsaved, home of the homeless। ਗੁਨੇਗਾਰਾਂ ਨੂੰ ਬਖਸ਼ਣ ਦਾ ਸਾਧਨ ਬਣਨ ਵਾਲਾ, ਇੱਕ ਜ਼ਰੀਆ ਬਣਨ ਵਾਲਾ। ਜੇ ਸੰਸਾਰ ਵਿੱਚ ਗੁਨਾਹ ਨੇ ਤੇ ਉਹਨਾਂ ਗੁਨਾਹ ਦੀ ਜ਼ਲਾਲਤ ਵਿੱਚੋਂ ਕੱਢਣ ਲਈ ਕਿਸੇ ਦੀ ਡਿਊਟੀ ਲਗਾਉਣ ਵਾਲਾ, ਕਿਉਂਕਿ ਉਹ ਸਾਡਾ ਪਿਤਾ ਹੈ ਤੇ ਪਿਤਾ ਨੂੰ ਫਿਕਰ ਹੁੰਦਾ ਹੈ। ਬਚਪਨ ਇਆਣਾ ਹੈ, ਬੇਸਮਝ ਹੈ ਤੇ ਇਸ ਨੂੰ ਸੰਭਾਲ ਕੇ ਕਿਵੇਂ ਰੱਖਣਾ ਹੈ। ਜੈਸਾ ਬਾਲਕ ਪਾਏ ਸੋ ਭਾਈ, ਲਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਪਾਤੀ, ਬਹੁੜ ਪਿਤਾ ਗੱਲ ਲਾਵੇ, ਪਿਛਲੇ ਔਗੁਣ ਬਖਸ਼ ਲਏ। Like the child innocently making thousands of mistakes, his father teaches him and scolds him so many times, but still he hugs him close in his embrace। ਪਤਿਤ ਉਦਾਹਰਨ ਭੈ ਹਰਨ, ਹਰ ਅਨਾਥ ਕੇ ਨਾਥ। ਕੋਈ ਤੇਰੀ ਗੋਦ ਵਿੱਚ ਆ ਜਾਏ, ਉਹਦਾ ਹਰ ਇੱਕ ਡਰ ਮੁੱਕ ਜਾਂਦਾ ਹੈ। ਅਤੇ ਭੈ, ਡਰ ਹੀ ਜੀਵਨ ਦਾ ਸਭ ਤੋਂ ਵੱਡਾ ਦੁਖਾਂਤ ਹੈ। ਜ਼ਿੰਦਗੀ ਭਰ ਮਨੁੱਖ
ਕਿਸੇ ਨਾ ਕਿਸੇ ਡਰ ਭੈ ਦੇ ਸਾਏ ਥੱਲੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਜੇ ਮਨੁੱਖ ਖਾ ਰਿਹਾ ਹੈ ਤਾਂ ਡਰ ਰਿਹਾ ਹੈ ਕਿ ਪਚੇਗਾ ਜਾਂ ਨਹੀਂ ਪਚੇਗਾ, ਕੱਪੜੇ ਪਹਿਨ ਰਿਹਾ ਹੈ ਤੇ ਖਿਆਲ ਹੈ ਕਿਤੇ ਸਕਿਨ ਪ੍ਰੋਬਲਮ ਨਾ ਹੋ ਜਾਵੇ। ਬਲਕਿ ਜਦ ਮਕਾਨ ਖਰੀਦਣ ਲੱਗਦਾ ਹੈ, ਉਹਦੇ ਆਲੇ ਦੁਆਲੇ ਲੋਕੇਸ਼ਨ ਕਿਹੋ ਜਿਹੀ ਹੈ, ਸੋਸਾਇਟੀ ਕਿਹੋ ਜਿਹੀ ਹੈ। ਬਟ ਈਵਨ if everything have decided, still there is a fear of one thing, and that is death. ਮੌਤ ਦਾ ਡਰ। ਪਰ ਸਤਿਗੁਰੂ ਜੀ ਕਹਿੰਦੇ ਨਿਰਭਉ ਜਪੈ ਸਗਲ ਭਉ ਮਿਟੈ। By meditating on the fearless Lord, all the fear departs. ਉਹ ਅਨਾਥਾਂ ਦਾ ਨਾਥ ਹੈ, ਜਿਹਦਾ ਕੋਈ ਸਹਾਰਾ ਨਾ ਹੋਵੇ, ਜਿਹਦਾ ਕੋਈ ਆਪਣਾ ਨਾ ਹੋਵੇ, ਜਿਹਨੂੰ ਕੋਈ ਸੁਰੱਖਿਆ ਨਾ ਦੇਵੇ, ਉਹਨੂੰ ਉਹ ਪਰਮਾਤਮਾ ਆਪਣੀ ਗੋਦ ਵਿੱਚ ਬਿਠਾ ਕੇ ਉਹਦੀ ਰੱਖਿਆ ਕਰਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕੇਵਲ ਉਹਨੂੰ ਆਪਣਾ ਸਮਝ। ਇੱਥੇ ਹੁਣ ਪਿਛਲੀ ਗੱਲ ਜੋੜ ਲਓ ਜੋ ਸਤਿਗੁਰੂ ਜੀ ਨੇ ਕਿਹਾ ਸੀ, ਤਨਦਾਰਾ ਸੰਪਤ ਸਗਲ ਜਿਨ ਅਪਰੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ। ਪਰ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਹਰ ਵੇਲੇ ਸਾਥ ਦੇਵੇ, ਹਰ ਵੇਲੇ ਤੁਹਾਡੇ ਅੰਗ ਸੰਗ ਰਹੇ ਪ੍ਰਮਾਤਮਾ ਵਾਹਿਗੁਰੂ, ਪਤਤ ਉਦਾਹਰਨ ਭੈ ਹਰਨ ਹਰ ਅਨਾਥ ਕੇ ਨਾਥ, ਕਹੋ ਨਾਨਕ ਤਹਿ ਜਾਨੀਐ ਸਦਾ ਬਸਤ ਤੁਮ ਸਾਥ। It is him who is always with you, whether you go to any country or to any city or to any area, place in this world. Any officer there can change or any minister can change, but God doesn't change. ਤੂੰ ਸਭਨੀ ਥਾਈਂ ਜਿੱਥੇ ਹੋ ਜਾਈਂ ਸਾਚਾ ਸਿਰਜਣਹਾਰ ਜੀਓ। A true creator is everywhere, wherever we go. ਨਵੀਂ ਸਾਂਝ ਪੈਦਾ ਕਰਨ ਦੀ ਲੋੜ ਨਹੀਂ ਪੈਂਦੀ। ਹਾਲਾਂਕਿ ਦੁਨਿਆਵੀ ਤੌਰ ਤੇ ਜੇ ਕੋਈ ਆਫਿਸਰ ਬਦਲ ਜਾਵੇ ਤੇ ਨਵੀਂ ਸਾਂਝ ਪੈਦਾ ਕਰਨੀ ਪੈਂਦੀ ਹੈ। ਕੋਈ ਸਰਕਾਰ ਬਦਲ ਜਾਵੇ ਜਾਂ ਚੀਫ ਮਿਨਿਸਟਰ ਬਦਲ ਜਾਵੇ ਤਾਂ ਆਪਣਾ ਕੰਮ ਕਰਵਾਉਣ ਦੇ ਲਈ ਉਹਨਾਂ ਨਾਲ ਨਵੇਂ ਸਿਰੇ ਤੋਂ ਸਾਂਝ ਬਣਾਉਣੀ ਪਵੇਗੀ। ਪਰ ਸਤਿਗੁਰੂ ਜੀ ਕਹਿੰਦੇ ਜੈ ਬੈਸਾ ਲੈ ਤੈ ਬੈਸਾ ਸੁਆਮੀ, ਜੈ ਭੇਜੈ ਤੈ ਜਾਵਾਂ, ਸਭ ਨਗਰੀ ਮੈਂ ਏਕੋ ਰਾਜਾ, ਸਭੇ ਪਵਿੱਤ ਹੈ ਥਾਵਾਂ। In the entire village, there's only a one king, but he's ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। He's forever and ever true. ਉਹਨੇ ਬਦਲਣਾ ਹੀ ਨਹੀਂ ਹੈ ਤੇ ਆਪ ਹੀ ਖੁਦ ਹਮੇਸ਼ਾ ਨਵਾਂ ਰਹਿਣਾ ਹੈ। ਉਹ ਕਦੀ ਪੁਰਾਣਾ ਨਹੀਂ ਹੋਵੇਗਾ। ਸਦਾ ਬਸਤ ਤੁਮ ਸਾਥ। It's your fault if you are wandering, if you are surrounded by problems today. ਤਨ ਧਨ ਜੈ ਤੋ ਕੋ ਦਿਓ ਤਾਸਿਓ ਨੇ ਹੋਣਾ ਕੀਨ। He has given you your body and wealth, but you are not in love with him. ਉਹ ਤਾਂ ਤੈਨੂੰ ਜਾਣਦਾ ਨਹੀਂ ਤਾਂ ਵੀ ਤੇਰੇ ਉੱਤੇ ਬਖਸ਼ਿਸ਼ਾਂ ਕਰ ਰਿਹਾ ਹੈ। ਐਸਾ ਨਹੀਂ ਕਿ ਜੋ ਉਹਨੂੰ ਜਾਣਦਾ ਹੋਵੇ ਕੇਵਲ ਪਰਮਾਤਮਾ ਉਹਦੇ ਉੱਤੇ ਹੀ ਬਖਸ਼ਿਸ਼ਾਂ ਕਰਦਾ ਹੈ। ਅਸੀਂ ਸ਼ਾਇਦ ਉਹਨੂੰ ਨਹੀਂ ਜਾਣਦੇ, ਪਰ ਉਹਦੀ ਲਿਸਟ ਵਿੱਚੋਂ ਅਸੀਂ ਕਦੀ ਬਾਹਰ ਨਹੀਂ ਹੋਏ। ਸਤਿਗੁਰੂ ਜੀ ਤਾਂ ਕਹਿੰਦੇ ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵੰਡਿਆਈਆਂ ਆਪੇ ਹੀ ਕਰਮ ਕਰਾਏਂਦਾ। ਜਿਸ ਨੂੰ ਉਹਨੇ ਪੈਦਾ ਕੀਤਾ ਏ ਉਹ ਸਾਰੇ ਉਹਦੀ ਲਿਸਟ ਵਿੱਚ ਹਨ। ਇਸ ਕਰਕੇ ਅਸੀਂ ਉਹਨੂੰ ਨਹੀਂ ਪਛਾਣਦੇ, ਪਰ ਉਹ ਸਾਨੂੰ ਪਛਾਣਦਾ ਹੈ। ਸਤਿਗੁਰੂ ਜੀ ਕਹਿੰਦੇ ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ ਓਏ। ਉਹ ਤਾਂ ਬਿਨਾਂ ਜਾਣ ਪਛਾਣ ਦੇ ਸਾਨੂੰ ਸਭ ਕੁਝ ਦੇਈ ਜਾ ਰਿਹਾ। ਇੱਕ ਜਗ੍ਹਾ ਸਤਿਗੁਰੂ ਜੀ ਨੇ ਹੋਰ ਬਚਨ ਕੀਤਾ ਹੈ ਨਾ, ਸਭ ਜੀਓ ਪਿੰਡ ਮੁਖ ਨੱਕ ਦੀਆ ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅਨ ਭੋਗਾਣੀ। He gave all beings souls, bodies, mouths, noses, and water to drink. He gave us corn to eat, clothes to wear, and other pleasure to enjoy. But what we have done? ਦਾਤ ਪਿਆਰੀ ਵਿਸਰਿਆ ਦਾ ਤਾਰਾ, ਤਾਸਿਓ ਨੇ ਹੋਣਾ ਕੀਨ, ਕਹੋ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨ। ਤੂੰ ਨਿਥਾਵਾਂ ਹੀ ਭਟਕ ਰਿਹਾ, ਕੋਈ ਤੇਰਾ ਆਸਰਾ ਨਹੀਂ। ਜੋ ਤੇਰਾ ਸਹਾਰਾ ਸੀ ਉਹਦੇ ਨਾਲ ਸੰਬੰਧ ਨਹੀਂ ਜੋੜਿਆ। ਸੋ ਨਾਓ ਡਿਸਾਈਡ ਦੈਟ ਤਨ ਤਨ ਸੰਪੈ ਸੁਖ ਦਿਓ। ਹੁਣ ਤੁਸੀਂ ਦੇਖੋ ਦੋਨੋਂ ਹੀ ਤੁਕ ਆਪਸ ਦੇ ਵਿੱਚ ਕਿੰਨੀ ਮਿਲਦੀਆਂ ਨੇ। ਪਿਛਲੀ ਤੁਕ ਸੀ ਤਨ ਧਨ ਜੈ ਤੋ ਕੋ ਦਿਓ, ਦੋਨੋਂ ਹੀ ਤੁਕ ਤਨ ਧਨ ਦੇ ਨਾਲ ਆਰੰਭ ਹੋ ਰਹੀਆਂ ਨੇ। Whatever you have, who gives to you, you distribute all the things among your body, mind and wealth. But remember one thing, when your body and mind meets to each other, they create wealth. Whether to collect the world's wealth, you have to keep both body and mind together. You are sitting at the shop, but your mind is not there. Shop will not run without your mind.
You can't even do your job if you are sitting in the office because your mind is not there. So if you want to make money, then you have to keep your body and mind together, because body and mind, they create wealth together. How else has you earned your money? Whatever you have is because of your body and mind. And that body and mind is not yours. God has given you that. ਤਨ ਔਰ ਮਨ ਤੈਨੂੰ ਪ੍ਰਮਾਤਮਾ ਨੇ ਦਿੱਤੇ ਨੇ, ਅਤੇ ਜਦੋਂ ਤਨ ਔਰ ਮਨ ਇਕੱਠੇ ਹੋਏ, ਉਦੋਂ ਤੀਜੀ ਚੀਜ਼ ਧਨ ਪੈਦਾ ਹੋਇਆ। ਸਾਨੂੰ ਲੱਗਦਾ ਧਨ ਅਸੀਂ ਬਣਾਇਆ। ਜੇ ਕਿਸੇ ਕੰਮ ਵਿੱਚ ਮਨ ਹੀ ਨਾ ਲੱਗੇ, ਕੇਵਲ ਤਨ ਕਰਕੇ ਬੈਠੇ ਰਹੇ, ਮਨ ਲੱਗੇ ਨਾ, ਧਨ ਕਿੱਥੋਂ ਪੈਦਾ ਕਰ ਲਿਆਂਗੇ? ਭਾਵੇਂ ਕਿਸੇ ਦੁਕਾਨ ਤੇ ਬੈਠੇ ਹੋਈਏ, ਭਾਵੇਂ ਕਿਤੇ ਨੌਕਰੀ ਕਰਦੇ ਹੋਈਏ, ਬਿਨਾਂ ਤਨ ਔਰ ਮਨ ਤੋਂ ਧਨ ਨਹੀਂ ਪੈਦਾ ਹੋ ਸਕਦਾ। ਇਸ ਕਰਕੇ ਸਾਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਇਹ ਦੋਨੋਂ ਚੀਜ਼ਾਂ, ਬਲਕਿ ਤਿੰਨੋਂ ਚੀਜ਼ਾਂ, ਤਨ, ਮਨ ਅਤੇ ਧਨ, ਪਰਮਾਤਮਾ ਦੀ ਦਿੱਤੀਆਂ ਨੇ। ਇੰਨਾ ਹੀ ਬਸ ਨਹੀਂ, ਸਤਿਗੁਰੂ ਜੀ ਕਹਿੰਦੇ ਤਨ ਧਨ ਸੰਪੈ ਸੁਖ ਦਿਓ, ਅਰਜੈ ਨੀਕੈ ਧਾਮ, ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨਾ ਰਾਮ। He has given you your body, wealth, property, peace and beautiful mansions. Then why don't you remember the Lord in meditation? You are wandering everywhere. Satguru ji said, Birtha kaho kaun syo man ki, lobh grasyo, dashoं dis धावत, आसा लाग्यो तन की, सुख के हेत बहुत दुख पावत, सेव करत जन जन की, द्वारा द्वार स्वान ज्यों डोलत, नैसुद राम भजन की। You wander from door to door like a dog because of unconscious of Lord's meditation. Manas janam akarat khovat, laaj na lok hasan ki. You lost this human life in vain, and you are not even ashamed when others laugh at you. ਲੋਕ ਹੱਸਦੇ ਨੇ ਉਹਦੇ ਉੱਤੇ ਜੋ ਹੀਰੇ ਕੌਡੀ ਦੇ ਭਾਵ ਵੇਚ ਆਵੇ, ਉਸ ਨੂੰ ਮੂਰਖ ਸਮਝਿਆ ਜਾਂਦਾ ਹੈ। ਸਤਿਗੁਰੂ said, look at your life, ਤਨ ਧਨ ਸੰਪੈ ਸੁਖ ਦਿਓ, ਅਰਜੈ ਨੀਕੈ ਧਾਮ, ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨਾ ਰਾਮ। At that time you will connect with God when you believe that ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਨ ਕੋਏ। ਜਦ ਤੇਰਾ ਇਹ ਵਿਸ਼ਵਾਸ ਬਣ ਜਾਵੇਗਾ, ਉਦੋਂ ਪਰਮਾਤਮਾ ਤੈਨੂੰ ਮਿਲ ਪਵੇਗਾ। ਹਾਲਾਂਕਿ ਗੁਰੂ ਤਾਂ ਬਾਰ-ਬਾਰ ਪੁਕਾਰ ਕੇ ਕਹਿ ਰਿਹਾ ਸੀ, ਜੈ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ, ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ। ਜੈ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਦਾਸ ਤੇ ਅਕਸਰ ਬੇਨਤੀ ਕਰਦਾ ਹੁੰਦਾ ਹੈ ਕਿ ਬਾਣੀ ਪੜ੍ਹਨ ਵੇਲੇ ਖਿਆਲ ਕਰਿਆ ਕਰੋ। ਇਸ ਅਸ਼ਟਪਦੀ ਦੇ ਵਿੱਚ ਪ੍ਰਸਾਦ ਲਫ਼ਜ਼ ਜੋ ਹੈ ਉਹ ਦੋ ਤਰ੍ਹਾਂ ਦਾ ਹੈ, ਦੋਨਾਂ ਵਿੱਚ ਸਪੈਲਿੰਗ ਦਾ ਡਿਫਰੈਂਸ ਹੈ। ਇਸ ਅਸ਼ਟਪਦੀ ਦੇ ਨਾਲ ਜਿਹੜਾ ਸੰਬੰਧਿਤ ਸਲੋਕ ਹੈ, ਉਹਦੇ ਆਰੰਭ ਵਿੱਚ ਹੀ ਪ੍ਰਸਾਦ ਹੈ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ, ਕਰ ਪ੍ਰਸਾਦ ਗੁਰਦੇਵ। ਪ੍ਰਸਾਦ ਵਿੱਚ ਦੱਦੇ ਨੂੰ ਔਂਕੜ ਹੈ, ਜਿਸ ਦਾ ਅਰਥ ਹੈ ਕਿਰਪਾ ਕਰੋ, ਪ੍ਰਸਾਦ ਕਰੋ, ਰਹਿਮਤ ਕਰੋ, bless me, so that this lust, anger, greed and emotional attachment, may these be gone, and egotism as well. ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚ ਜਾਵਾਂ, ਇਹ ਬਿਨਸ ਜਾਣ ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਐਮੇਵ, ਨਾਨਕ ਪ੍ਰਭ ਸ਼ਰਨਾਗਤੀ, ਕਰ ਪ੍ਰਸਾਦ ਗੁਰਦੇਵ। ਕਿਰਪਾ ਕਰੋ। ਹੁਣ ਇਸ ਸਲੋਕ ਦਾ ਜਵਾਬ ਬਾਕੀ ਸਾਰੀ ਅਸ਼ਟਪਦੀ ਵਿੱਚ ਹੈ। ਹੁਣ ਸਾਰੀ ਅਸ਼ਟਪਦੀ ਦੇ ਵਿੱਚ ਪ੍ਰਸਾਦ ਲਫ਼ਜ਼ ਆਉਣਾ ਹੈ, ਪਰ ਉਸ ਪ੍ਰਸਾਦ ਨੂੰ ਸਿਹਾਰੀ ਲੱਗੀ ਹੋਵੇਗੀ, which indicates why are these lust, anger, greed and emotional attachment are there in our life? Because we didn't understand that kind God. ਅਸ਼ਟਪਦੀ ਵਾਲਾ ਪ੍ਰਸਾਦ ਸਾਨੂੰ ਸੰਕੇਤ ਦਿੰਦਾ ਹੈ ਕਿ ਅਸੀਂ ਉਸ ਪ੍ਰਸਾਦ ਕਰਨ ਵਾਲੇ ਨੂੰ ਨਹੀਂ ਸਮਝਿਆ। ਹਾਲੇ ਤੱਕ ਅਸੀਂ ਇਹੀ ਸਮਝ ਰਹੇ ਹਾਂ ਜੋ ਕੁਝ ਵੀ ਹੈ ਇਹ ਮੈਂ ਕਮਾਇਆ ਹੈ, ਇਹ ਮੈਂ ਬਣਾਇਆ ਹੈ, ਆਹ ਚੀਜ਼ ਮੇਰੀ ਹੈ, ਅਤੇ ਇਹੀ ਕਾਰਨ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਟਿਕੇ ਹੋਏ ਨੇ। ਤੇ ਜੇ ਸਾਨੂੰ ਇਹ ਸਮਝ ਪੈ ਜਾਵੇ ਕਿ ਇਹ ਦੁਨਿਆਵੀ ਵਸਤੂਆਂ ਮੇਰੀ ਨਹੀਂ, ਕਿਸੇ ਨੇ ਦਿੱਤੀ ਹੈ, ਤੇ ਜਿਸ ਨੇ ਦਿੱਤੀ ਹੈ ਉਹਦਾ ਪ੍ਰਸਾਦ ਸਮਝ ਲਈਏ। ਉੱਥੇ ਹੈ ਜਹ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਬਸ ਇਹ ਸਮਝ ਲਈਏ, ਆਪੇ ਹੀ ਕਾਮ ਕ੍ਰੋਧ ਲੋਭ ਮੋਹ ਦੂਰ ਹੋ ਜਾਣਗੇ। We have to understand the first that whatever we have, these are just God's blessing. ਪ੍ਰਸਾਦ ਜਿੱਥੇ ਦੱਦੇ ਨੂੰ ਔਂਕੜ ਹੈ, means bless me, ਕਿਰਪਾ ਕਰੋ, ਅਤੇ ਪ੍ਰਸਾਦ ਜਿੱਥੇ ਦੱਦੇ ਨੂੰ ਸਿਹਾਰੀ ਹੈ, means
ਗੋਡਸ ਬਲੈਸਿੰਗ, ਉਹਦੀ ਕਿਰਪਾ ਹੈ। ਅਸ਼ਟਪਦੀ ਵਿੱਚ ਬਾਕੀ ਜਿੰਨੀ ਵਾਰੀ ਪ੍ਰਸਾਦ ਆਇਆ ਉਹਦੇ ਤੇ ਸਿਹਾਰੀ ਹੈ, ਤਾਂ ਕਿ ਸਾਨੂੰ ਇਹ ਸਮਝ ਪੈ ਜਾਵੇ ਕਿ ਜੋ ਕੁਝ ਵੀ ਸਾਨੂੰ ਮਿਲਿਆ ਉਹ ਮੇਰੇ ਤੇ ਰਹਿਮਤ ਕਰ ਰਿਹਾ। ਤਾਂ ਹੀ ਬਣੇਗਾ ਜੈ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ। ਜੈ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਜੈ ਪ੍ਰਸਾਦ ਪਾਠ ਪਟੰਬਰ ਹੰਢਾਵੈ, ਤਿਸੈ ਤਿਆਗ ਕਤ ਅਵਰ ਲੋਆਵੈ। ਇੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੀ ਇਹੀ ਹੁਕਮ ਕਰ ਰਹੇ ਨੇ। ਤਨ ਤਨ ਸੰਪੈ ਸੁਖ ਦਿਓ, ਅਰਜੈ ਨੀਕੈ ਧਾਮ। ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨਾ ਰਾਮ। ਉਹਦੇ ਨਾਲ ਅਸੀਂ ਸੰਬੰਧ ਇਸ ਕਰਕੇ ਨਹੀਂ ਜੋੜ ਰਹੇ ਕਿਉਂਕਿ ਹਾਲੇ ਤੱਕ ਸਾਨੂੰ ਇਹ ਵਿਸ਼ਵਾਸ ਨਹੀਂ ਆ ਰਿਹਾ ਕਿ ਦੁਨੀਆ ਦੇ ਸਾਰੇ ਸੁੱਖ ਇਹ ਜੋ ਮਿਲੇ ਨੇ ਸਾਰੇ ਪਰਮਾਤਮਾ ਦੇ ਬਖਸ਼ੇ ਹੋਏ ਨੇ। ਪਰ ਜੇ ਅਸੀਂ ਅਗਲੇ ਸ਼ਲੋਕ ਨੂੰ ਵਿਸ਼ਵਾਸ ਵਿੱਚ ਲੈ ਆਈਏ, ਸਭ ਸੁਖ ਦਾਤਾ ਰਾਮ ਹੈ, ਦੂਸਰ ਨਾ ਹਨ ਕੋਏ, ਤਾਂ ਗਤੀ ਹੋਵੇਗੀ, ਤਾਂ ਪ੍ਰਵਾਨ ਚੜੇਗਾ। At that time you will be enter in the comfortable state when you say that whatever it is and whatever it will be, it's all happening accordingly to the God. I often say that Sikhism is kind of a river which runs between mercy and grace. We should not break the edge of mercy and neither should we break the edge of grace. ਅਸੀਂ ਨਾ ਰਹਿਮਤ ਦਾ ਕਿਨਾਰਾ ਤੋੜਨਾ ਹੈ, ਨਾ ਹੀ ਰਜ਼ਾ ਦਾ ਕਿਨਾਰਾ ਤੋੜਨਾ ਹੈ, ਕਿਉਂਕਿ ਜੇ ਇੱਕ ਵੀ ਕਿਨਾਰਾ ਟੁੱਟ ਗਿਆ ਤੇ ਇੱਥੇ ਸਿੱਖੀ ਦੇ ਦਰਿਆ ਨੇ ਹੜ੍ਹ ਦਾ ਰੂਪ ਲੈ ਲੈਣਾ ਹੈ। ਜਿੰਨੇ ਵੀ ਪਦਾਰਥ ਨੇ ਇਹ ਮਨੁੱਖੀ ਜੀਵਨ ਨੂੰ ਬਰਬਾਦ ਕਰ ਦਿੰਦੇ ਨੇ। ਜੇ ਰਹਿਮਤ ਜਾਂ ਰਜ਼ਾ ਦੇ ਕਿਨਾਰੇ ਵਿੱਚੋਂ ਇੱਕ ਵੀ ਕਿਨਾਰਾ ਟੁੱਟ ਜਾਵੇ, ਪਦਾਰਥ ਬੜੇ ਚੰਗੇ ਨੇ। God did not ask to leave the stuffs, rather asked to be disciplined. And that's the only way that we have to agree whatever we have and whatever there will be, everything is because of God's blessing. ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਨ ਕੋਏ। ਕਹੋ ਨਾਨਕ ਸੁਨ ਰੇ ਮਨਾ, ਤੈਂ ਸਿਮਰਤ ਗਤ ਹੋਏ। ਜੈ ਸਿਮਰਤ ਗਤ ਪਾਈਐ, ਤੈਂ ਭਜਰੇ ਤੈ ਮੀਤ। My friend, by remembering him in meditation, salvation is attained. Vibrate and meditate in him. ਜੇ ਇੱਕੋ ਕਾਜ ਨਾਲ ਸਾਰੀ ਪਰੇਸ਼ਾਨੀ ਦੂਰ ਹੋ ਜਾਣ, ਜਿਸ ਤਰ੍ਹਾਂ ਆਪਾਂ ਪੜ੍ਹਦੇ ਹਾਂ ਸਰਬ ਰੋਗ ਕਾ ਔਖਦ ਨਾਮ, ਉਹਦਾ ਮਤਲਬ ਇਹੀ ਹੈ ਅਸੀਂ ਸਰੀਰਕ ਰੋਗ ਤੇ ਖਲੋ ਜਾਂਦੇ ਹਾਂ, ਪਰ ਜਿਹੜੇ ਰੋਗ ਅੰਦਰ ਨੇ ਉਹਨਾਂ ਬਾਰੇ ਸਾਨੂੰ ਪਤਾ ਹੀ ਨਹੀਂ ਲੱਗਦਾ। ਦਿਨ ਰਾਤ ਦੀ ਪੀੜਾ ਦਾ ਖਿਆਲ ਨਹੀਂ, ਦਿਸਦੀ ਹੀ ਨਹੀਂ ਹੈ। ਬਾਹਰ ਦੇ ਰੋਗ ਬੜੀ ਛੋਟੀ ਗੱਲ ਹੈ, ਕੋਈ ਦੁਨਿਆਵੀ ਡਾਕਟਰ ਦੂਰ ਕਰ ਸਕਦਾ ਹੈ, 4 ਪੈਸੇ ਖਰਚ ਕੇ ਆਪਰੇਸ਼ਨ ਵੀ ਕੀਤਾ ਜਾ ਸਕਦਾ ਹੈ, ਪਰ ਫਿਕਰ ਹੈ ਅੰਦਰ ਦੇ ਰੋਗ ਦਾ ਜੋ ਆਪਰੇਸ਼ਨ ਨਾਲ ਵੀ ਨਹੀਂ ਜਾਂਦਾ। ਸਤਿਗੁਰੂ ਜੀ ਕਹਿੰਦੇ ਨਿਮਕ ਨਿਮਕ ਕਰ ਸਰੀਰ ਕਟਾਵੈ, ਇੱਕ ਆਪਰੇਸ਼ਨ ਨਹੀਂ ਕਈ ਕਰਵਾ ਲਏ ਤਾਂ ਵੀ ਹਉਮੈ ਮੈਲ ਨਾ ਜਾਵੇ। ਪਰ ਕੋਈ ਐਸਾ ਆਪਰੇਸ਼ਨ ਨਹੀਂ ਹੁੰਦਾ ਜਿਹਦੇ ਨਾਲ ਕ੍ਰੋਧ ਨਿਕਲ ਜਾਵੇ, ਕੋਈ ਐਸਾ ਆਪਰੇਸ਼ਨ ਨਹੀਂ ਜਿਹਦੇ ਨਾਲ ਹਉਮੈ ਦੂਰ ਹੋ ਜਾਵੇ, ਕੋਈ ਐਸੀ ਸਰਜਰੀ ਨਹੀਂ ਜਿਹਦੇ ਨਾਲ ਲੋਭ ਚਲਾ ਜਾਵੇ। Ordinary disease can be overcome by any doctor in the world. There are very good doctors, but human do not recognize the disease inside, so no one else can do what God does. That's why Satguru ji said, Mera Vaid Guru Govinda, Har Har Naam Aukhad Mukh Devai, Kaatੈ Jam Ki Fanda. Sarab Rog Ka Aukhad Naam. It is a matter of spiritual disease. It is a matter of disease that hold the mind, but he places the medicine of the Naam into my mouth and cuts away the noose of death. Jai Simrat Gat Paiya, Teh Pajre Teh Meet. Connect with him by whom the spiritual disease is overcome. Precious time of life is passing. Kaho Nanak sun re mana, aud katat hai neet. Every day, the day passed from the treasure of your life can't make up for it. Sometimes the rich people have the wealth, they earn and sometime it goes out. Grown-up people say money is the dirt of hands. It will come tomorrow, if not today. But if we say one day has passed and we will buy another, then it is impossible to get another day. Satguru ji ਕਹਿੰਦੇ ਦਿਨ ਤੇ ਸਰ ਪਰ ਪੌਸੀ ਰਾਤ, ਰਹਿਣ ਗਈ ਫਿਰ ਹੋਏ ਪ੍ਰਭਾਤ। ਜੋ ਜਨਮ ਹੈ ਸੋ ਜਾਨੋ ਮੂਆ, ਦਿਨ ਤੋਂ ਬਾਅਦ ਰਾਤ, ਰਾਤ ਤੋਂ ਬਾਅਦ ਦਿਨ ਕਰਕੇ ਜਾ ਰਿਹਾ। ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਗੁਰੂ ਤੇਗ ਬਹਾਦਰ ਜੀ ਕਹਿੰਦੇ ਤਰਨਾਪੋ ਇਉਂ ਹੀ ਗਇਓ, ਲਿਓ ਜਰਾ ਤਨਜੀਤ, ਬਿਰਦ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ।
ਕਹੋ ਨਾਨਕ ਨਰ ਬਾਵਰੇ, ਕਿਉਂ ਨਾ ਭਜੈ ਭਗਵਾਨ। ਤੂੰ ਤਾਂ ਦਿਨ ਰਾਤ ਕਰਕੇ ਜਨਮ ਗਵਾ ਰਿਹਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮੈਂ ਤੈਨੂੰ ਗੱਲ ਸਮਝਾਣੀ ਚਾਹੁੰਦਾ, ਉਹ ਇਹ ਹੈ ਕਿ ਜੈ ਸਿਮਰਤਗਤ ਪਾਈਐ ਤਹਿ ਭਜਰੇ ਤੈ ਮੀਤ, ਕਹੋ ਨਾਨਕ ਸੁਨ ਰੇ ਮਨਾ ਔਦ ਘਟਤ ਹੈ ਨੀਤ। ਸਾਡੀ ਉਮਰ ਦਿਨ ਬ ਦਿਨ ਬੀਤੀ ਜਾ ਰਹੀ ਹੈ, ਇਹਨੇ ਮੁੜ ਕੇ ਨਹੀਂ ਪਰਤਣਾ। ਪਤਾ ਹੈ ਜੀਵਨ ਕਿੱਥੋਂ ਮਿਲਿਆ ਤੇ ਕਿੱਥੇ ਚਲੇ ਜਾਣਾ। ਸਤਿਗੁਰੂ ਜੀ ਕਹਿੰਦੇ ਇਹ ਵੀ ਗੱਲ ਸਮਝਣ ਦੇ ਲਈ ਪਾਂਚ ਤਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜਿਹਦੇ ਤੇ ਤੈਨੂੰ ਮਾਣ ਹੈ। ਜਬ ਲਗ ਤੇਲ ਦੀਵੈ ਮੁਖ ਬਾਤੀ, ਤਬ ਸੂਝੈ ਸਭ ਕੋਈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਗਰਬ ਨਾ ਕੀਜੀਐ, ਦੇਹੀ ਦੇਖ ਸੁਰੰਗ, ਆਜ ਕਾਲ ਤਾਂ ਜਾਓਗੇ ਜਿਉ ਕਾਂਚਰੀ ਭਯੰਗ। ਜਿਵੇਂ ਸੱਪ ਕੁੰਜ ਛੱਡ ਜਾਂਦਾ ਹੈ, ਇਹ ਜੀਵਨ ਵੀ ਸਰੀਰ ਨੂੰ ਇੰਜ ਛੱਡ ਜਾਵੇਗਾ। ਤੇ ਇਹੀ ਗੱਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਮਝਾਈ ਹੈ ਕਿ ਐ ਮਨੁੱਖ, ਇਹ ਦੁਨੀਆ ਪ੍ਰਮਾਤਮਾ ਨੇ 5 ਤੱਤਾਂ ਕਰਕੇ ਬਣਾਈ ਹੈ। 5 ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਸਤਿਗੁਰੂ ਕਹਿੰਦੇ ਹੇ ਸਿਆਣੇ ਮਨੁੱਖ, ਜੇ ਤੇਰੇ ਵਿੱਚ ਸਿਆਣਪ ਹੈ ਤੇ ਇਸ ਗੱਲ ਨੂੰ ਸਮਝ ਲੈ, ਇਹ 5 ਤੱਤ ਕੀ ਨੇ, ਤੇ ਇਸ ਗੱਲ ਨੂੰ ਵੀ ਸਮਝ ਲੈ, ਜਿਨ੍ਹਾਂ ਤੱਤਾਂ ਤੋਂ ਇਹ ਸਰੀਰ ਬਣਿਆ ਹੈ, ਇਹਨਾਂ ਤੱਤਾਂ ਨੇ ਉਹਦੇ ਵਿੱਚ ਹੀ ਸਮਾ ਜਾਣਾ ਹੈ। ਤੇਰੇ ਹੱਥ ਵਸ ਕੁਛ ਨਹੀਂ ਰਹੇਗਾ। ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਹੈ, ਇੱਕ ਜਾਦੂ ਦੀ ਖੇਡ ਬਣ ਕੇ ਰਹਿ ਜਾਵੇਗੀ। ਤੇਰੇ ਹੱਥ ਕੁਛ ਨਹੀਂ ਆਵੇਗਾ। ਜਿਵੇਂ ਜਾਦੂ ਦੀ ਖੇਡ ਵਿੱਚ ਜੋ ਕੁਝ ਵੀ ਅਸੀਂ ਦੇਖਦੇ ਹਾਂ ਉਹ ਅਸਲ ਵਿੱਚ ਹੁੰਦਾ ਨਹੀਂ ਹੈ। ਜਾਦੂ ਦੀ ਖੇਡ ਖੇਡਣ ਵਾਲਾ ਵੀ ਹੱਥ ਦੀ ਮੁੱਠੀ ਬੰਦ ਕਰਦਾ ਹੈ ਤੇ ਪੈਸੇ ਬਣਾ ਕੇ ਵਿਖਾ ਦਿੰਦਾ ਹੈ, ਤੇ ਉਸ ਤੋਂ ਬਾਅਦ ਖੇਡ ਵਿਖਾ ਕੇ ਲੋਕਾਂ ਕੋਲੋਂ ਪੈਸੇ ਮੰਗਦਾ ਹੈ। ਤੇ ਜੇ ਉਹਦੇ ਕੋਲੋਂ ਪੁੱਛਿਆ ਜਾਵੇ ਕਿ ਤੂੰ ਤਾਂ ਆਪ ਜਾਦੂ ਦੇ ਨਾਲ ਪੈਸੇ ਕੱਢ ਕੇ ਸਾਨੂੰ ਵਿਖਾ ਰਿਹਾ ਸੀ ਤੇ ਤੈਨੂੰ ਪੈਸੇ ਦੀ ਕੀ ਲੋੜ, ਉਹ ਜਾਦੂਗਰ ਵੀ ਕਵੇਗਾ ਕਿ ਉਹ ਤਾਂ ਜਾਦੂ ਦੇ ਪੈਸੇ ਸਨ। ਜਾਦੂ ਨਾਲ ਬਣਾਏ ਹੋਏ ਰੁਪਏ ਕਦੀ ਕੰਮ ਨਹੀਂ ਆਉਂਦੇ। ਜਾਦੂ ਨਾਲ ਬਣਾਏ ਹੋਏ ਪੈਸੇ ਕਦੀ ਕੰਮ ਆਉਂਦੇ ਨੇ। ਜਾਦੂ ਦੇ ਖੇਡ ਵਿੱਚ ਕੋਈ ਵਸਤੂ ਹੱਥ ਆਉਣ ਵਾਲੀ ਨਹੀਂ। ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਹੈ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ 5 ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜੈ ਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ। Believe it, you shall merge once again into the one from whom you originated. Satguru ji said, Pavane मैं पवन समाया, ज्योति में ज्योत रल जाया। माटी माटी होई एक, रोवन हारे की कवन टेक। The wind merges into the wind, the light blends into the light, the dust become one with the dust. What support is there for the one who is lamenting? Similarly, Guru Tegh Bahadur Paatshah ji saying, 5 tat ko tan rachyo, jano chatur sujan, jehte upjyo nanaka, leen tahe mehman. Your body is made up of 5 elements. You are clever and wise. Know this well. So believe it, you shall merge once again into the one from whom you originated. So ਇਹ ਸੀ ਸ਼ਲੋਕ ਮਹੱਲਾ 9ਵਾਂ ਵਿੱਚੋਂ 11ਵੇਂ ਸ਼ਲੋਕ ਤੱਕ ਦੀ ਵਿਚਾਰ। ਕਥਾ ਕਰਦਿਆਂ ਹੋਇਆਂ ਮਨਮਤ ਅਨੁਸਾਰ ਜੇ ਦਾਸ ਕੁਝ ਬੋਲ ਗਿਆ ਹੋਵੇ, ਖਿਮਾ ਦਾ ਜਾਚਕ ਹੈ। ਗੁਰਮਤ ਅਨੁਸਾਰ ਜੇ ਆਪ ਜੀ ਨੇ ਕੁਝ ਸੁਣਿਆ ਹੋਵੇ, ਜ਼ਿੰਦਗੀ ਦੇ ਵਿੱਚ ਧਾਰਨ ਕਰਨ ਦਾ ਯਤਨ ਜ਼ਰੂਰ ਕਰਨਾ। ਗੁਰੂ ਕੀ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।